ਤੇ ਦੂਸਰੀ ਗੱਲ ਹੈ ਦੋਸਤੋ ਬਈ ਜਿਹੜੇ ਦੋਸਤ ਸਾਡੇ ਕੋਈ ਹਨ ਨਾ ਬੱਕਰੀਆਂ ਦਾ ਸ਼ੌਕ ਰੱਖਣ ਵਾਲੇ, ਉਹ ਸਭ ਤੋਂ ਜ਼ਿਆਦਾ ਚੀਜ਼ ਇਹ ਵੇਖਣ ਕਿ ਕਿਹੜੀ ਚੀਜ਼ ਤੇ ਕੰਮ ਕਰਨਾ ਚਾਹੀਦਾ। ਟੈਡੀ ਤੇ ਕਰਨਾ ਚਾਹੀਦਾ, ਬਰਬਾਨੀ ਤੇ ਮੱਖੀ ਚੀਨੀ ਜਾਂ ਕੋਈ ਵੀ। ਜਿਹੜੀ ਟੈਡੀ ਬੱਕਰੀ ਹੈ ਨਾ, ਉਹ ਕੋਈ ਤੁਸੀਂ ਕੁਰਬਾਨੀ ਵਗੈਰਾ ਵਾਸਤੇ ਨਹੀਂ ਕਰ ਸਕਦੇ ਕੰਮ ਉਸਦਾ। ਟੈਡੀ ਬੱਕਰੀ ਜਿਹੜੀ ਹੈ ਉਹ ਤੁਹਾਡੇ ਬੱਚੇ ਜ਼ਿਆਦਾ ਪੈਦਾ ਕਰੇਗੀ, 3 ਤੋਂ 4 ਬੱਚੇ ਵੀ ਕਰਦੀ। ਫਿਰ ਉਹਦੇ ਬੱਚਿਆਂ ਦਾ ਕੱਦ ਹੁੰਦਾ ਛੋਟਾ, ਉਹ ਗੋਸ਼ਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ। ਯਾਨੀ ਕਿ 6-7 ਮਹੀਨਿਆਂ ਦਾ ਬੱਚਾ ਹੋਇਆ ਬੱਕਰੀ ਹੈ, ਬੱਕਰਾ ਤੁਸੀਂ ਸੇਲ ਕਰਨਾ ਹੈ, ਅਰਜੈਂਟਲੀ ਸੇਲ ਹੋ ਜਾਏਗਾ ਔਰ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਰੱਖ ਸਕਦੇ। ਤੇ ਇਸ ਦਾ ਹੀ ਫਾਇਦਾ ਹੈ। ਔਰ ਫਿਰ ਉਹ 6-7 ਮਹੀਨਿਆਂ ਦੀ ਬੱਕਰੀ ਕ੍ਰਾਸ ਵੀ ਹੋ ਜਾਂਦੀ ਟੈਡੀ, ਤੇ ਬੱਚੇ ਵੀ ਜ਼ਿਆਦਾ ਪੈਦਾ ਕਰੇਗੀ, ਬਣੇ ਜਲਦੀ ਗੀ ਤੇ ਵਿਕ ਵੀ ਜਲਦੀ ਜਾਵੇਗੀ। ਤੇ ਜਿਹੜੀ ਹੈ ਨਾ ਦੂਸਰੀ ਬੱਕਰੀ ਦਾ ਬੱਚਾ, ਉਹ ਫਿਰ ਥੋੜ੍ਹਾ ਜਿਹਾ ਸਲੋ ਵੀ ਹੁੰਦਾ ਹੈ। ਇਹਦੇ ਬੱਚੇ ਐਕਟਿਵ ਬੜੇ ਹੁੰਦੇ ਨੇ, ਤੇਜ਼ ਬੜੇ ਹੁੰਦੇ ਨੇ। ਮੇਰੇ ਹਿਸਾਬ ਵਿੱਚ ਤਾਂ ਨਾ ਕੁਛ ਬੰਦਾ ਟੈਡੀਆਂ ਰੱਖੇ, ਕੁਛ ਬੰਦਾ ਉਹ ਦੂਸਰੇ ਵਾਸਤੇ ਰੱਖੇ, ਯਾਨੀ ਕਿ ਬਰੀਡ ਤੇ ਕੰਮ करे, ਨਸਲ ਤੇ ਕੰਮ करे। ਚਲੋ ਜਿਹੜੇ ਉਹਨਾਂ ਦੇ ਬੱਚੇ ਹੋਏ ਉਹ ਬੰਦਾ ਬੱਕਰਾ ਈਦ ਵਾਸਤੇ ਤਿਆਰ ਕਰੇ ਜਾਂ ਵੈਸੇ ਸ਼ੌਕੀਨੀ ਤੌਰ ਤੇ ਜਿਹੜੇ ਟੈਡੀ ਹਨ ਉਹ ਹਰ ਰੋਜ਼ ਮਰਾ ਜ਼ਿੰਦਗੀ ਦੀ ਜ਼ਰੂਰਤ ਵਾਸਤੇ ਉਹ ਬੰਦੇ ਬੱਚੇ ਤਿਆਰ ਕਰੇ ਕਿ ਜਿਹੜੀ ਰੋਜ਼ਾਨਾ ਦੀ ਬੰਦੇ ਨੂੰ ਜ਼ਰੂਰੀਆਤ ਹਨ ਉਹ ਪੂਰੀ ਕਰਦੇ ਰਹੇ। ਤੇ ਬਾਕੀ ਜਿਹੜੀ ਵੀ ਬੱਕਰੀ ਹੈ ਉਹ ਗੋਸ਼ਤ ਵਾਸਤੇ ਜਾਂ ਦੁੱਧ ਵਾਸਤੇ ਹੈ। ਬਾਕੀ ਜਿਹੜਾ ਹੈ ਦੁੱਧ ਵੀ ਉਹ ਆਪਣੀ ਮਿਕਦਾਰ ਦੇ ਹਿਸਾਬ ਨਾਲ ਦੇਣਾ ਹੈ। ਤੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ गोट फार्मिंग पे काम करिए और कामयाब होइए। सब तो ज़्यादा इन्हां दी सफाई, खुराक और केयर ज़रूरी है। अगर ये साड़ी चीज़ां क्लियर रहसन तो साडा गोट फार्मिंग कामयाब रहसी। और दूसरी गल ये है कि सानू इन्हां दे ना मौसम के हिसाब नाल भी बच्चे लेने चाहिए हैं। ना ज़्यादा सर्दी होवे ना ज़्यादा गर्मी होवे, ना जून जुलाई होवे ना दिसंबर जनवरी होवे, बल्कि फरवरी तो लैके मार्च अप्रैल तक। और उदों साढ़े कोल होना चाहिए है सितंबर तो नवंबर तक। इन मौसम का ख्याल रख के बकरी क्रॉस करवाओ, इंशाअल्लाह फार्म कामयाब ही कामयाब है।